ਹੁਣ ਜੇ ਤਾਂ ਵਾਕਈ ਹੀ ਉਹ ਗੁਰੂ ਨਾਲ ਪਿਆਰ ਕਰਨ ਵਾਲਾ ਹੋਵੇਗਾ ਫਿਰ ਤੇ ਸਾਂਝ ਬਣੇਗੀ ਅਲੱਗ ਪ੍ਰਕਾਰ ਦੀ। ਜੇ ਗੱਪਾਂ ਹੀ ਮਾਰਨ ਵਾਲੇ ਬੰਦੇ ਹੋਏ ਫਿਰ ਇਹਦਾ ਮਤਲਬ ਸਾਨੂੰ ਵੀ ਗੱਪਾਂ ਮਾਰਨ ਤੇ ਸਵਾਦ ਆਉਂਦਾ ਤਾਂ ਹੀ ਬੈਠਾ ਰਹਿੰਦਾ ਸਾਡੇ ਕੋਲ ਉਹ ਬੰਦਾ। ਹਜ਼ੂਰ ਕਹਿਣ ਲੱਗੇ ਯਾਦ ਰੱਖਿਓ ਪਾਪੀਆਂ ਦੀਆਂ ਨਿਸ਼ਾਨੀਆਂ ਨੇ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਚੰਗਾ ਹੀ ਨਹੀਂ ਲੱਗਦਾ ਉਹਨਾਂ ਨੂੰ। ਅੰਮ੍ਰਿਤ ਵੇਲਾ ਚ ਤੁਸੀਂ ਰੋਜ਼ ਸਵੇਰੇ ਉੱਠ ਕੇ ਬਾਜੇ ਖੜਕਾਉਣ ਲੱਗ ਪੈਂਦੇ ਹੋ, ਸਾਡੀ ਵੀ ਨੀਂਦ ਖਰਾਬ ਹੁੰਦੀ, ਬੱਚੇ ਐਵੇਂ ਕਹਿਣ ਲੱਗ ਪੈਂਦੇ। ਉਹਨੂੰ ਚੰਗਾ ਹੀ ਨਹੀਂ ਲੱਗਦਾ ਵੀ ਕੋਈ ਤੇ ਉੱਠਦਾ ਸਾਡੇ ਘਰ ਵਿੱਚੋਂ, ਕੋਈ ਤੇ ਪਾਠ ਕਰਦਾ। ਪਿਤਾ ਜੀ ਪਾਠ ਮੂੰਹ ਚ ਕਰਿਆ ਕਰੋ, ਤੁਸੀਂ ਅਸੀਂ ਸੋਣਾ ਹੁੰਦਾ ਕਰੋ ਗੱਲ। ਇਹਦਾ ਮਤਲਬ ਪਾਪੀਆਂ ਦੀ ਗਿਣਤੀ ਹੈ ਨਾ। ਫਿਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਉਹਦਾ ਕਾਰਨ ਹੈ ਮਾਖੀ ਚੰਦਨ ਪਰ ਹਰ। ਮੱਖੀ ਵਾਲਾ ਸੁਭਾਅ ਹੈ, ਉਹ ਚੰਦਨ ਉੱਤੇ ਨਹੀਂ ਬੈਠਦੀ, ਉਹ ਗੰਦਗੀ ਦੇ ਢੇਰ ਉੱਤੇ ਬੈਠੇਗੀ। ਇਸੇ ਕਰਕੇ ਸ਼ਰਾਬ ਦੀ ਦੁਕਾਨ ਦੀ ਰਾਤੀ ਕਿਧਰੇ ਵੀ ਚਲੇ ਜਾਓ ਤੁਸੀਂ ਖਾਲੀ ਨਜ਼ਰ ਹੀ ਨਹੀਂ ਆਉਣੀ। ਉੱਥੇ ਬੰਦੇ ਖੜੇ ਹੀ ਮਿਲਣਗੇ। ਉੱਥੇ ਮੈਂ ਤਾਂ ਹੈਰਾਨ ਹੋ ਜਾਂਦਾ, ਕਿਸੇ ਦੁਕਾਨ ਤੇ ਐਡੇ ਐਡੇ ਲਾਟੂ ਨਹੀਂ ਲੱਗੇ ਹੋਏ, ਠੇਕਿਆਂ ਦੇ ਲਾਏ ਹੋਏ ਲਾਟੂ ਐਡੇ ਐਡੇ। ਕੋਈ ਵੀ ਦੁਕਾਨ ਦਾ ਬੋਰਡ ਲਾਲ ਰੰਗ ਨਾਲ ਵੱਡੇ ਅੱਖਰਾਂ ਨਾਲ ਨਹੀਂ ਲਿਖਿਆ ਹੋਇਆ, ਉਹਨਾਂ ਦਾ ਲਿਖਿਆ ਹੋਇਆ ਵੀ ਕਿਤੇ ਕੋਈ ਰਹਿ ਨਾ ਜਾਏ, ਪਤਾ ਲੱਗ ਜਾਏ ਦੂਰੋਂ ਵੀ ਇੱਥੇ ਹੈ। ਲੋਕੀ ਤੁਰੇ ਜਾਂਦੇ ਆ। ਉਹਦਾ ਕਾਰਨ ਹੈ ਮੱਖੀ ਵਾਲਾ ਸੁਭਾਅ ਹੈ। ਮਾਖੀ ਚੰਦਨ ਪਰ ਹਰੈ, ਜੋ ਬਿਗੰਧ ਤਾਂ ਜਾਏ। ਜਿੱਥੇ ਗੰਦਗੀ ਹੈ ਉੱਥੇ ਜਾ ਕੇ ਬਹਿ ਜਾਂਦੀ ਹੈ। ਹਜ਼ੂਰ ਕਹਿਣ ਲੱਗੇ ਹੁਣ ਤੂੰ ਆਪਣੇ ਅੰਦਰ ਨੂੰ ਝਾਤ ਮਾਰ ਕੇ ਵੇਖ ਵੀ ਤੈਨੂੰ ਰੱਬ ਦੀ ਭਗਤੀ ਚੰਗੀ ਲੱਗਦੀ ਹੈ, ਭਾਉਂਦੀ ਹੈ, ਤੇਰਾ ਜੀ ਕਰਦਾ ਵੀ ਮੈਂ ਕਰਾਂ, ਵਿਆਕੁਲ ਹੁੰਦਾ ਤੇਰਾ ਵੀ ਮਨ। ਰੋਟੀ ਨਾ ਮਿਲੇ ਨਾ ਢਿੱਡ ਨੂੰ ਖੋਹ ਪੈਣ ਲੱਗ ਪੈਂਦੀ ਹੈ, ਅੱਜ ਰੋਟੀ ਨਹੀਂ ਮੈਂ ਖਾਧੀ, ਅੱਜ ਮੈਂ ਰੋਟੀ ਨਹੀਂ ਖਾਧੀ। ਕਹਿੰਦੇ ਨਾ ਚਾਹ ਨਾ ਮਿਲੇ, ਅੱਜ ਚਾਹ ਹੀ ਨਹੀਂ ਪੀਤੀ। ਜੇ ਨਿਤਨੇਮ ਰਹਿ ਜਾਏ ਅੰਦਰ ਖਰਬਲੀ ਮੱਚਦੀ ਹੈ ਵੀ ਅੱਜ ਨਿਤਨੇਮ ਰਹਿ ਗਿਆ, ਅੱਜ ਮੈਂ ਕਰ ਨਹੀਂ ਸਕਿਆ, ਅੱਜ ਲੇਟ ਹੋ ਗਿਆ। ਮੈਂ ਹੋਇਆ ਕਦੇ? ਜੇ ਨਹੀਂ ਹੋਇਆ ਨਾ ਇਹਦਾ ਮਤਲਬ ਕੋਈ ਫਰਕ ਹੀ ਨਹੀਂ ਪੈ ਰਿਹਾ। ਹਜ਼ੂਰ ਕਹਿਣ ਲੱਗੇ ਯਾਦ ਰੱਖ, ਜੇ ਤਾਂ ਤੇਰੀ ਹਾਲਤ ਇਹੋ ਜਿਹੀ ਹੈ ਫਿਰ ਤੇਰਾ ਨਾਮ ਵੀ ਇਹਦੇ ਵਿੱਚ ਹੀ ਆਏਗਾ। ਫਿਰ ਮਨ ਨੂੰ ਕਹਿਣਾ ਪੈਂਦਾ ਸੱਚੇ ਪਾਤਸ਼ਾਹ ਹੈ ਤੇ ਮੈਂ ਇਹੋ ਜਿਹੀ ਹਾਂ, ਪਾਪੀ ਭਗਤ ਨਾ ਭਾਵਈ। ਹਜ਼ੂਰ ਕਹਿਣ ਲੱਗੇ ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅਣਗਿਣਤ ਝੂਠ ਵਿੱਚ ਹੀ ਮਸਤ ਹੈ ਕੂੜਿਆਰ, ਕੂੜ ਵਿੱਚ ਰਹਿਣ ਵਾਲੇ ਕੂੜ ਵਿੱਚ ਹੀ ਮਸਤ ਹੈ। ਤੇ ਕੂੜ ਕੀ ਚੀਜ਼ ਹੈ ਇਹ ਵੀ ਰੋਜ਼ ਪੜ੍ਹਦੇ ਆ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਜਿਹੜੇ ਸੰਸਾਰ ਵਿੱਚ ਹੀ ਹਰ ਵੇਲੇ ਖਚਤ ਹੈ, ਹਰ ਵੇਲੇ ਸੰਸਾਰ ਵਿੱਚ ਹੀ ਖਚਤ ਹੈ। ਮੈਨੂੰ ਕਹਾਣੀ ਯਾਦ ਆਉਗੀ, ਬਚਪਨ ਵਿੱਚ ਸੁਣੀ ਸੀ। ਕਹਾਣੀ ਹੈ ਪਰ ਸਿੱਖਿਆਦਾਇਕ ਬਹੁਤ ਹੈ। ਕਿਸੇ ਦੇ ਘਰ ਨੂੰਹ ਆ ਗਈ, ਬੜੀ ਸਿਆਣੀ, ਬੜੀ ਚੰਗੀ, ਬਹੁਤ ਧਿਆਨ ਰੱਖਣ ਵਾਲੀ ਸਭ ਦਾ। ਸਾਰੇ ਕਹਿਣ ਨੂੰ ਬਹੁਤ ਵਧੀਆ। 6 ਮਹੀਨੇ ਨਿਕਲ ਗਏ ਤੇ ਅਚਾਨਕ ਉਹਨਾਂ ਦੇ ਘਰ ਇੱਕ ਬਾਹਰ, ਜਿਵੇਂ ਕਈ ਵਾਰੀ ਸਵੇਰੇ ਘੁੰਮਦੇ ਫਿਰਦੇ ਕੋਈ ਫਕੀਰ, ਕੋਈ ਜੋਗੀ ਲੋਕ ਆ ਜਾਇਆ ਕਰਦੇ ਨੇ, ਉਹ ਆ ਗਿਆ। ਤੇ ਇਹ ਜਿਹੜੀ ਨੂੰਹ ਰਾਣੀ ਹੈ ਉਹਨੂੰ ਕੁਝ ਨਾ ਕੁਝ ਦੇਣ ਵਾਸਤੇ ਬਾਹਰ ਆਈ, ਆਟਾ ਵਗੈਰਾ। ਤੇ ਕੋਈ ਜੋਗੀ ਪੁੱਛਦਾ ਤੇਰੀ ਉਮਰ ਕਿੰਨੀ ਹੈ? ਤੇ ਉਹ ਕਹਿਣ ਲੱਗੀ ਮੇਰੀ ਉਮਰ 14 ਸਾਲ। ਹੁਣ ਪਿੱਛੇ ਸੱਸ ਖੜੀ ਸੁਣਦੀ ਹੈ, ਉਹ ਕਹਿਣਗੇ ਇਹ ਤੇ ਤਾਂ ਸੁਭਾਅ ਨਹੀਂ ਹੈ ਮੇਰੀ ਨੂੰਹ ਰਾਣੀ ਦਾ। ਅੱਜ 6 ਮਹੀਨੇ ਹੋਏ, ਲੱਗਦਾ ਵੀ ਇਹ ਹੁਣ ਆਪਣੇ ਰੰਗ ਦਿਖਾਉਣ ਲੱਗ ਪਈ ਹੈ। ਇਹਦੀ ਉਮਰ ਤੇ 22-23 ਤੋਂ ਉੱਤੇ, 24 ਤੋਂ ਉੱਤੇ ਹੈ। ਇਹ ਕੀ ਕਹਿ ਰਹੀ 14 ਸਾਲ ਦੀ ਉਮਰ ਹੈ? ਇਹ ਜੋਗੀ ਦੇ ਨਾਲ ਜਿਹੜੀ ਮਖੌਲ ਕਰ ਰਹੀ ਹੈ। ਜੋਗੀ ਖੁਸ਼ ਹੋ ਕੇ ਕਹਿਣ ਲੱਗਾ ਫਿਰ ਤੇਰੇ ਘਰ ਵਾਲੇ ਦੀ ਉਮਰ? ਉਹ ਕਹਿਣ ਲੱਗੀ 2 ਸਾਲ। ਹੁਣ ਸੱਸ ਨੂੰ ਗੁੱਸਾ ਚੜ ਰਿਹਾ ਪਿੱਛੋਂ ਵੀ ਇਹ ਕੀ ਕਹਿ ਰਹੀ, ਆਪਣੀ ਉਮਰ 14 ਸਾਲ, ਘਰ ਮੇਰੇ ਬੱਚੇ ਦੀ ਉਮਰ 2 ਸਾਲ ਹੀ। ਫਿਰ ਉਹਨੇ ਪੁੱਛ ਲਿਆ ਵੀ ਤੇਰੀ ਸੱਸ ਦੀ ਉਮਰ? ਕਹਿਣ ਲੱਗੀ 1 ਸਾਲ। ਤੇਰੇ ਸਹੁਰੇ ਦੀ ਉਮਰ? ਕਹਿੰਦੀ ਉਹ ਜੰਮਿਆ ਹੀ ਨਹੀਂ। ਤੇ ਜੋਗੀ ਕਹਿ ਕੇ ਹੱਸ ਕੇ ਚਲੇ ਗਿਆ, ਚੱਲ ਤੇਰਾ ਸਹੁਰਾ ਵੀ ਜੰਮ ਗਿਆ। ਹੁਣ ਪਿੱਛੇ ਖੜੀ ਸੱਸ ਕਲਪੀ ਪਈ ਹੈ ਵੀ ਇਹ ਕੀ ਕੀਤਾ ਇਹਨੇ। ਆਪਣੀ ਉਮਰ 14 ਸਾਲ, ਮੇਰੇ ਪੁੱਤ ਦੀ ਉਮਰ 2 ਸਾਲ, ਲੈ ਮੇਰੀ ਉਮਰ 1 ਸਾਲ ਤੇ ਮੇਰਾ ਘਰ ਵਾਲਾ ਜੰਮੀ। ਪਰ ਉਹਨੇ ਕਿਹਾ ਕੁਛ ਨਹੀਂ।
पर अंदर धारण कर ले सारे आउणगे दुकान तो इकट्ठे होकर मैं गल करांगी भी हुणे गल नप लईए भी ये ते ठीक नहीं गल्लां। सारे इकट्ठे होए, उन्हें गल की, कहने की धीए तेरी उम्र कितनी है? कहने की 24 साल। मेरे पुत्र की उम्र कितनी है? 26 साल। मेरी कितनी? खैर सब दी उम्र ठीक दस दित्तियां। कहने की वो नहीं जो तू जोगी नूं दसियां सी वो दस। वो कहन लगी वो जोगी दा सवाल सी, वो जोगी नूं जवाब सी, ये तुहाडा सवाल है, तुहानूं जवाब है। मैं जानदी हां उस नूं, ਉਹ ਸਾਡੇ ਉੱਧਰ ਵੀ ਆਇਆ ਕਰਦਾ ਸੀ। ਇਹ ਕੁਝ ਨਾ ਕੁਝ ਧਰਮ ਦੇ ਨਾਲ ਜੁੜਨ ਦੀ ਗੱਲ ਕਰਦਾ ਹੈ। ਅਸਲ ਵਿੱਚ ਉਹਦੀ ਰਮਜ ਸੀ, ਉਹਦਾ ਕਹਿਣ ਦਾ ਮਤਲਬ ਇਹ ਸੀ ਵੀ ਤੈਨੂੰ ਧਰਮ ਨਾਲ ਜੁੜਿਆ ਕਿੰਨਾ ਸਮਾਂ ਹੋ ਗਿਆ। ਅਸਲ ਜਨਮ ਤੇ ਉਦੋਂ ਹੀ ਹੈ ਨਾ ਜਦੋਂ ਮਨੁੱਖ ਧਰਮ ਦੇ ਨਾਲ ਜੁੜ ਜਾਏ। ਸਤਿਗੁਰ ਕਹਿ ਜਨਮਿਆਂ ਵਾਲੀ ਗੱਲ ਬਣ ਜਾਏ। ਸਤਿਗੁਰ ਦੇ ਨਾਲ ਜੁੜਨ ਦੇ ਨਾਲ ਹੀ ਜਨਮ ਹੈ। ਇੱਕ ਤਾਂ ਜਨਮ ਆ ਸਰੀਰ ਦਾ, पर एक जन्म वो है जो मनुख गुरु के घर में जन्म लेंदा है। मैं अमृत पान कीतियां नूं 14 साल हो गए, तां मैं कहा 14 साल दी उम्र मैं गुरु वाली बनी है 14 साल दी। ये 2 सालों तो बड़े ने, इस करके मैं 2 साल उम्र किया। माता जी तुहानूं 1 साल होया है। फिर हाथ जोड़ के कहने की पिता जी माफ करियो, मैं रोज देखदी हां तुसीं फैलां चुकदे हो, झोले चुकदे हो, इधर चले गए उधर चले गए, ना तुसीं कदे गुरदा साहिब चुकदे पाठ करदे, ना तुसीं कदे अमृत पान की गल कीती। इस करके मैनूं कहना पिया भी मेरा सोहरा जम्मिया नहीं। हुण गल समझ आ गई। सोहरे ने उस वेले हाथ जोड़ के कहने लगे धीए चल फिर मैं अज तेनूं वचन देना है, अगली बारी जोगी आएगा ना तैनूं ये नहीं कहना पेगा कि मेरा सोहरा हाले जम्मिया नहीं, तू मान नाल कही मेरे सोहरे दा भी जन्म हो गया, मैं हुण जाके अमृत पान कर लैणा। याद रखना, जिन्हां नूं ये गल समझ आ गई वो फिर कूड़ विच नहीं लगे रहणगे। सारा समा संसार विच खचत ही नहीं रहणगे। उन्होंने ये भी पता होएगा तो निर्लेप भी है। इत्थे आए काहदे वास्ते आ? हसना भी है, खेडना भी है, खाना भी है, पहनना भी है, पर मुक्त भी तो होना इहदे विच ही। सारियां जिम्मेवारियां निभाउंदियां होया असीं जो परम जिम्मेवारी है प्रभु नाल मिलण दी जिहड़ी आ वारी सानूं मिली है वो भी तो प्राप्त करनी है ना। किते ऐसा ना होवे बरात चलेगी किसी दे 100 की बरात है जी, ढोल ढमके सारा कुछ हो जा रहा है, बंदा पुछदा भी लाड़ा किते, कहना उधर घर ही छड्ड आए, वो तो है ही नहीं। ऐसी बरात का सत्कार कौन करेगा जिस लाड़ा ही नहीं हैगा? कि जे साडा भी इहो जिहा हाल तो नहीं है। असीं पैसे भी कमा ले जी, असीं धीआं पुत्तरां नूं भी पढ़ा लिया जी, असीं जमीन जायदाद भी ज्यादा बना ली, कोई प्रभु का नाम कित्थे है? कहंदे वो तो गुरुद्वारा साहिब जी जाना है, साडे कोल तो है नहीं। ते रब सत्कार नहीं करेगा, गुरु सत्कार नहीं करेगा, जाओ इत्थों। मैं नहीं कहता, हजूर गुरबाणी विच कहंदे ने खरे खजाने पाइए खोटे सट्टियां बाहर वार, खोटियां नूं ते बाहर ही सुट्टिया जाएगा ना। इस करके मेरे मालिक कहंदे हुण तू देख भी तेरा जीवन हर वेले इसे कूड़ विच ही लगा रहिंदा है कि तू प्रभु दे नाल भी जुड़दा है। उदों फिर मन नूं कहना पैंदा भी नहीं हले वो गल बड़ी नहीं है। इस करके ये डिग्री भी साडे मत्थे ही है। असंख कूड़ियार कूड़े फराहे, असंख मलेश मल पख खाहे। मल कहते ने गंदगी नूं, पख खाए ऐ चंगी तरह पक्के मार मार के खाना। मलेश मैंने मल एश, माड़ी इच्छा वाले, माड़ी बुद्धि वाले। कोई जानवर वेख्या जो धुआं पींदा होवे? मनुख ऐसा जानवर है जो धुआं पींदा। किसी जानवर को पता होएगा कि मैं धुआं पीण नाल मैनूं कैंसर हो सकता है या मैनूं कोई शरीर बीमारी हो सकती है? नहीं, इस बंदे नूं पता है। फिर भी किवें पी रहा देखो, किवें पी रहे। सवेरे सवेरे ही मनुख जिहड़ा है अपने मूँह नाल लगा के ते धुआं पीना शुरू कर दिंदा। हिंदुस्तान दे विच असीं अक्सर वेखदे हां पढ़े लिखे लोग, अंग्रेज लोग भी देखते हैं। ये की है? ये मल पख खाए या होर की है? कि आ मनुखा जीवन सानू ये नशे करने वास्ते मिलिया? कुछ
ਹਾਂ ਨਾਮ ਦਾ ਰਸ ਹੋਵੇ, ਉਹਦਾ ਨਸ਼ਾ ਹੋਵੇ ਤੇ ਗੱਲ ਵੱਖਰੀ ਹੈ। ਇੱਥੇ ਤਾਂ ਆਪਣੀ ਮਤ ਨੂੰ ਦੂਰ ਕਰਨ ਵਾਲੇ ਨਸ਼ੇ ਮਨੁੱਖ ਕਰ ਰਿਹਾ। ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਕਈ ਮਿਲ ਜਾਣਗੇ, ਗਿਆਨੀ ਜੀ ਸਾਡੀ ਨਾ ਉੱਥੇ ਤੱਕ ਜ਼ਮੀਨ ਹੋਇਆ ਕਰਦੀ ਸੀ, ਹੁਣ ਤਾਂ ਹੈ ਨਹੀਂ ਜੀ, ਕਿੱਧਰ ਚਲੇਗੀ? ਉਹ ਜੀ ਸ਼ਰੀਕਾਂ ਨੇ ਨਾ ਅੰਗੂਠਾ ਲਵਾ ਲਿਆ ਸਾਡੇ ਕੋਲੋਂ ਵੀ ਤੂੰ ਲਾਇਆ ਕਿਉਂ? ਉਹ ਜੀ ਖਾਧੀ ਪੀਤੀ ਵਿੱਚ ਲੱਗ ਗਿਆ। ਤੂੰ ਖਾਧੀ ਪੀਤੀ ਕਿਉਂ? ਤੂੰ ਗੁਰੂ ਕੋਲ ਬੈਠਾ ਕਿਉਂ ਨਹੀਂ? ਤੂੰ ਪਹਿਲੇ ਗੁਰੂ ਦੀ ਇਹ ਗੱਲ ਨੂੰ ਸਮਝਿਆ ਕਿਉਂ ਨਹੀਂ? ਜਿਤ ਪੀਤਾ ਮਤ ਦੂਰ ਹੋਏ, ਜਿਹਨੂੰ ਪੀਣ ਦੇ ਨਾਲ ਅਕਲ ਹੀ ਦੂਰ ਹੋ ਜਾਂਦੀ ਹੈ। ਜੇ ਤੂੰ ਪਹਿਲੇ ਗੁਰੂ ਦੀ ਗੱਲ ਸੁਣ ਲੈਂਦਾ, ਤੂੰ ਇਹ ਨਾ ਖਾਣ ਵਾਲੀਆਂ ਚੀਜ਼ਾਂ ਨਾ ਖਾਂਦਾ ਤੇ ਬਚ ਨਾ ਜਾਂਦਾ। ਪਰ ਮਨੁੱਖ ਵੇਖੋ ਧੜਾ ਧੜ ਕੀ ਕੁਝ ਖਾ ਰਿਹਾ। ਆ ਪੰਜਾਬ ਦੀ ਧਰਤੀ ਦਾ ਸੰਤਾਪ ਹੈ। ਕਿੰਨੇ ਨਸ਼ਿਆਂ ਦੇ ਨਾਮ ਤੇ ਐਸਾ ਹੈ ਜੋ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਬਾਅਦ ਵਿੱਚ ਹੌਲੀ ਹੌਲੀ ਸੁਣਿਆ ਵੀ ਆਹ ਵੀ ਨਵਾਂ ਆ ਗਿਆ, ਆਹ ਵੀ ਨਵਾਂ ਆ ਗਿਆ, ਇਹ ਕਹਿੰਦੇ ਨੇ ਉਹ ਕਹਿੰਦੇ। ਤੇ ਇਹ ਪੰਜਾਬ ਦੀ ਧਰਤੀ ਤੇ ਮੇਰੇ ਮਾਲਕ ਅੰਮ੍ਰਿਤ ਨਾਲ ਜੋੜ ਕੇ ਗਿਆ ਸੀ, ਖੰਡੇ ਬਾਟੇ ਦੀ ਪਾਹੋ ਨਾਲ ਜੋੜ ਕੇ ਗਿਆ ਸੀ। ਅਸੀਂ ਕਿੱਧਰ ਨੂੰ ਜੁੜ ਗਏ? ਅਸੀਂ ਤੇ ਰੋਜ਼ ਇਹ ਬਚਨ ਪੜ੍ਹਨ ਵਾਲੇ ਆ ਵੀ ਅਣਗਿਣਤ ਐਸੇ ਲੋਕ ਨੇ ਜੋ ਮਾੜੀ ਇੱਛਾ ਰੱਖਦੇ ਨੇ ਤੇ ਹਮੇਸ਼ਾ ਨਾ ਖਾਣ ਵਾਲੀਆਂ ਚੀਜ਼ਾਂ ਚੰਗੇ ਢੰਗ ਦੇ ਨਾਲ ਫੱਕੇ ਮਾਰ ਮਾਰ ਕੇ ਖਾ ਰਹੇ ਹਨ, ਜੋ ਸਾਨੂੰ ਨਹੀਂ ਕਰਨਾ ਚਾਹੀਦਾ। ਪਰ ਅਸੀਂ ਉਹ ਜਪਜੀ ਸਾਹਿਬ ਦੀ ਬਾਣੀ ਇਸ ਪੰਜਾਬ ਦੀ ਧਰਤੀ ਤੇ ਪੜ੍ਹਨ ਦੇ ਬਾਵਜੂਦ ਵੀ ਸਾਡੇ ਆਪਣੇ ਰਿਸ਼ਤੇਦਾਰਾਂ ਨੂੰ ਇਹ ਨਹੀਂ ਪਤਾ ਲੱਗਿਆ ਕੀ ਖਾਣਾ ਚਾਹੀਦਾ, ਕੀ ਪੀਣਾ ਚਾਹੀਦਾ। ਵਿਆਹ ਦੇ ਸਮਾਗਮ ਦੇ ਵਿੱਚ ਸ਼ਰਾਬ ਵਰਤਾਣੀ ਕਿੱਥੇ ਲਿਖਿਆ ਜ਼ਰੂਰੀ ਹੈ? ਲਿਖਿਆ ਕਿਧਰੇ? ਇਹ ਸਾਡੀ ਸੋਚ ਵਿੱਚ ਲਿਖਿਆ ਵੀ ਸਾਡੀ ਨੱਕ ਨਹੀਂ ਰਹਿੰਦੀ। ਉਹ ਨੱਕ ਤੇ ਸਾਡੀ ਰੱਬ ਦੇ ਕੋਲ ਨਹੀਂ ਜੇ ਰਹਿਣੀ। ਇਹ ਕੰਮ ਕਰਕੇ ਉੱਥੇ ਨੱਕ ਵੱਢੀ ਜਾਣੀ ਹੈ। ਮੇਰੇ ਮਾਲਕ ਨੇ ਬਿਲਕੁਲ ਸਪਸ਼ਟ ਰੂਪ ਵਿੱਚ ਗੱਲਾਂ ਸਮਝਾਈਆਂ ਹੋਈਆਂ ਨੇ, ਪਰ ਅਸੀਂ ਮੂਰਖ ਬਣ ਕੇ ਰਹਿ ਜਾਂਦੇ ਆ ਨਾ। ਕਿਉਂ? ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾਉ। ਅਸੀਂ ਉਹਦੇ ਹੁਕਮ ਨੂੰ ਮੰਨਦੇ ਨਹੀਂ ਹੈ। ਮੇਰੇ ਮਾਲਕ ਨੇ ਸਾਨੂੰ ਸਮਝਾਇਆ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਨ ਭਾਰ। ਖਾਣ ਦੀਆਂ ਪਦਾਰਥ ਖਾਲੀ ਇਹੀ ਨਹੀਂ ਹੈ ਜੋ ਸਾਡੇ ਨਸ਼ੇ ਵਿੱਚ ਲੈ ਜਾਈਏ, ਪਰ ਦੂਜੇ ਪਾਸੇ ਵੀ ਹੈ। ਚੁਗਲੀ ਇਹ ਵੀ ਤੇ ਖਾਂਦੇ ਹੀ ਆ ਅਸੀਂ, ਨਿੰਦਿਆ ਇਹ ਵੀ ਤੇ ਖਾਂਦੇ ਹੀ ਆ ਅਸੀਂ, ਆਪਣੀ ਮਾਣ ਵਡਿਆਈ ਦੇ ਬੋਲ ਵੀ ਤੇ ਅਸੀਂ ਖਾ ਜਾਂਦੇ ਆ। ਇਹਦੇ ਨਾਲ ਵੀ ਦਿਮਾਗ ਖਰਾਬ ਹੁੰਦਾ ਸਾਡੇ ਲੋਕਾਂ ਦਾ। ਮੈਂ ਇੰਨਾ ਪੜ੍ਹਿਆ ਲਿਖਿਆ, ਜੇ ਵੀ ਨਸ਼ਾ ਚੜ ਜੇ ਨਾ ਦਿਮਾਗ ਨੂੰ, ਇਹ ਵੀ ਕੰਮ ਖਰਾਬ ਹੀ ਕਰਦਾ, ਇਹ ਵੀ ਮੱਤ ਮਾਰ ਹੀ ਦਿੰਦਾ ਹੈਗਾ। ਮੈਂ ਬੜਾ ਹੈਰਾਨ ਹੋ ਜਾਂਦਾ ਕਈ ਵਾਰੀ, ਘਰ ਦੇ ਵਿੱਚ ਕੋਈ ਸਮੱਸਿਆ ਹੋਵੇ, ਉਹ ਕਹਿੰਦੇ ਗਿਆਨੀ ਜੀ ਥੋੜਾ ਜਿਹਾ ਸਮਝਾਇਓ ਬੱਚਿਆਂ ਨੂੰ ਆ ਕੇ। ਤੇ ਪੁੱਛੀਦਾ ਬੱਚੇ ਨੂੰ ਕੀ ਤਕਲੀਫ ਹੈ? ਜੀ ਅਸੀਂ ਇੰਨੇ ਪੜ੍ਹੇ ਲਿਖੇ, ਅਸੀਂ ਕਾਲਜ, ਇਹ ਕਹਿੰਦੇ ਸਿਰ ਢੱਕ ਕੇ ਰੱਖਿਆ। ਵੀ ਦੱਸੋ ਤੁਸੀਂ ਪੜ੍ਹਾਈ ਕੀਤੀ ਸਿਰ ਨੰਗਾ ਰੱਖਣ ਵਾਸਤੇ? ਕੋਈ ਪੁੱਛੇ? ਸਾਨੂੰ ਇਹੀ ਨਹੀਂ ਸਮਝ ਆ ਰਹੀ ਵੀ ਗੱਲ ਕੀ ਠੀਕ ਹੈ ਜਾਂ ਕੀ ਗਲਤ ਹੈ। ਅਸੀਂ ਇਹ ਸੋਚਦੇ ਹਾਂ ਵੀ ਬਜ਼ੁਰਗਾਂ ਨੂੰ ਨਹੀਂ ਪਤਾ, ਇਹ ਤੇ ਪਿਛਾਂ ਖਿੱਚੂ ਸੋਚ ਵਾਲੇ ਨੇ, ਅਸੀਂ ਬੜੇ ਮਾਡਰਨ ਆ ਜੀ। ਸਾਨੂੰ ਨਹੀਂ, ਹਜ਼ੂਰ ਕਹਿਣ ਲੱਗੇ ਇਸ ਤਰ੍ਹਾਂ ਦੀ ਗੱਲ ਨਹੀਂ। ਜਿਹੜਾ ਨਸ਼ਾ ਦਿਮਾਗ ਤੇ ਚੜ ਜਾਏ, ਮਤ ਦੂਰ ਹੋ ਜਾਏ, ਉਹਦੇ ਨਾਲ ਖਵਾਰੀ ਹੋਣੀ ਹੀ ਹੋਣੀ ਹੈ। ਮੈਂ ਬੜਾ ਹੈਰਾਨ ਹੋ ਜਾ। ਤੁਸੀਂ ਸੋਚ ਕੇ ਵੇਖੋ, ਆ ਬਜ਼ੁਰਗ ਬੈਠੇ ਨੇ, ਕਿਸੇ ਵੇਲੇ ਤੁਸੀਂ ਸੋਚ ਸਕਦੇ ਹੋ ਕਿ ਗੋਡੇ ਤੋਂ ਫੁੱਟੀ ਹੋਈ ਪੈਂਟ ਹੋਵੇ, ਤੁਸੀਂ ਪਾ ਕੇ ਜਾਓ ਬਾਜ਼ਾਰ। ਅੱਜ ਫੈਸ਼ਨ ਹੀ ਹੈ, ਫੈਸ਼ਨ ਹੀ ਹੈ। ਲੀਰਾਂ ਜੇ ਲੰਮ ਗਈਆਂ ਹੋਣਗੀਆਂ, ਹੁਣ ਤਾਂ ਹੋਰ ਬੜਾ ਭਿਅੰਕਰ ਜਿਹਾ ਆ ਜਾਂਦਾ ਸੀ। ਪਹਿਲਾਂ ਲੋਕੀ ਕੱਪੜੇ ਸੁੱਟ ਦਿੰਦੇ ਸੀ ਬਾਹਰ, ਪੈਂਟ ਫਟ ਗਈ ਹੈ, ਹੁਣ ਨਵੀਂ ਖਰੀਦ ਕੇ ਪਾੜਦੇ ਆ ਜੀ। ਅਨਵਾਰ ਮਨੁੱਖ ਦੀ ਸੋਚ ਵੇਖੋ ਕਿੱਥੇ ਜਾ ਰਹੀ ਹੈ। ਮਨੁੱਖ ਆਪਣਾ ਤਨ ਹੀ ਨੰਗਾ ਨਹੀਂ ਕਰ ਰਿਹਾ, ਅਸਲ ਵਿੱਚ ਤਾਂ ਮਨ ਨੰਗਾ ਹੋ ਰਿਹਾ ਇਹ ਕਰਕੇ ਵੀ ਅੰਦਰੋਂ ਕਿਹੀ ਜੀ ਸੋਚ ਹੈ ਇਹਨਾਂ ਦੀ। ਮਾਲਕ ਰਹਿਮਤ ਕਰੇ। ਹਜ਼ੂਰ ਕਹਿਣ ਲੱਗੇ ਅਣਗਿਣਤ ਐਸੇ ਨੇ ਜਿਹੜੇ ਨਾ ਖਾਣਯੋਗ ਚੀਜ਼ਾਂ ਖਾ ਕੇ ਤੁਰਦੇ ਨੇ, ਤੇ ਅਣਗਿਣਤ ਐਸੇ ਨੇ ਕਿ ਨਿੰਦਿਆ ਕਰ ਕਰਕੇ ਆਪਣੇ ਸਿਰ ਉੱਤੇ ਭਾਰ ਕਰਕੇ ਇੱਥੋਂ ਜਾ ਰਹੇ ਹਨ। ਇੱਕ ਕਹਾਣੀ ਹੈ, ਮੈਂ ਕਹਾਣੀ ਇਸ ਕਰਕੇ ਕਹਿਣਾ ਵੀ ਇਹਨੂੰ ਕੋਈ ਇਤਿਹਾਸ ਨਾ ਸੋਚੇ ਵੀ ਕਦੋਂ ਹੋਇਆ ਕਦੋਂ ਨਹੀਂ ਹੋਇਆ। ਕੁਝ ਗੱਲਾਂ ਸਿਰਫ ਦੰਤ ਕਥਾ ਦੇ ਵਿੱਚ ਹੋਇਆ ਕਰਦੀਆਂ ਨੇ, ਪਰ ਸਿੱਖਿਆਦਾਇਕ ਹੁੰਦੀਆਂ।
ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ, ਉਹਨਾਂ ਦੇ ਸਹੁਰਾ ਸਾਹਿਬ ਸਾਡੇ ਰੋਪੜ ਸ਼ਹਿਰ ਦੇ ਨੇ, ਗਿਆਨੀ ਕਰਤਾਰ ਸਿੰਘ ਚੜਾਈ ਕਰ ਗਏ ਨੇ, ਉਹਨਾਂ ਦੇ ਮੂੰਹੋਂ ਮੈਂ ਇਹ ਗੱਲ ਸੁਣੀ ਹੈ। ਉਦੋਂ ਦੀ ਮੇਰੀ ਗੱਲ ਦੇ ਅੰਦਰ ਜਿਹੜੀ ਤਸੀ ਹੋਈ ਹੈ। ਉਹਨਾਂ ਨੇ ਇੱਕ ਸ਼ਬਦ ਦੇ ਅਰਥ ਕਰਦਿਆਂ ਕਰਦਿਆਂ ਕਹਾਣੀ ਸੁਣਾਈ ਸੀ, ਤੇ ਉਹ ਸ਼ਬਦ ਸੀ ਅਜੈ ਸਰੋਵੈ ਭਿਖਿਆ ਖਾਏ। ਪੁੱਛਿਆ ਵੀ ਇਹ ਕੀ ਕਹਾਣੀ ਹੈ ਵੀ ਅਜੈ ਸਰੋਵੈ ਭਿਖਿਆ ਖਾਏ? ਉਹ ਕਹਿਣ ਲੱਗੇ ਅਜੈ ਇੱਕ ਰਾਜਾ ਹੈ, ਅਜੈ ਇੱਕ ਰਾਜਾ ਹੋਇਆ, ਬੜਾ ਦਾਨੀ, ਸੋਨਾ ਦੇਣਾ, ਚਾਂਦੀ ਦੇਣਾ, ਹੋਰ ਪਦਾਰਥ ਦੇਣ ਵਾਸਤੇ, ਤੇ ਬੜਿਆਂ ਨੇ ਜੈ ਜੈਕਾਰ ਕਰਨ ਵੀ ਤੁਹਾਡੇ ਵਰਗਾ ਦਾਨੀ ਕੋਈ ਨਹੀਂ ਹੈ। ਉਹਦਾ ਉਸਤਾਦ ਸੀ ਕੋਲ, ਉਹਦੇ ਉਸਤਾਦ ਨੇ ਨਹੀਂ ਕਦੇ ਉਹਨੂੰ ਕਿਹਾ ਵੀ ਤੂੰ ਬੜਾ ਵੱਡਾ ਦਾਨੀ ਹੈ। ਮਨੁੱਖ ਦੀ ਬਿਰਤੀ ਹੁੰਦੀ ਵੀ ਸਾਰੇ ਮੇਰੀ ਵਡਿਆਈ ਕਰਨ, ਉਹਨੇ ਕੇਵਲ ਉਹਦੀ ਹਾਜ਼ਰੀ ਵਿੱਚ ਬੜਾ ਕੁਝ ਦੇ ਦੇਣਾ ਵੀ ਚਲਾ ਕਹੇਗਾ ਕਿ ਤੂੰ ਬੜਾ ਮਹਾਨ ਕਾਰਜ ਕਰ ਰਿਹਾ, ਪਰ ਉਹਨੇ ਕਦੇ ਕਹਿਣਾ ਨਹੀਂ। ਇਹਨੇ ਕਈ ਵਾਰ ਪੁੱਛ ਲੈਣਾ ਵੀ ਉਸਤਾਦ ਜੀ ਵੀ ਮੈਂ ਠੀਕ ਕਰ ਰਿਹਾ? ਉਹ ਕਹਿਣ ਲੱਗਾ ਠੀਕ ਹੈ ਜੋ ਤੈਨੂੰ ਠੀਕ ਲੱਗਦਾ ਹੈ। ਇੱਕ ਦਿਨ ਇਹ ਆਪਣੇ ਘੋੜਿਆਂ ਦੇ ਅਸਤਬਲ ਦੇ ਵਿੱਚ ਹੈ, ਤੇ ਉਸ ਨਗਰ ਦੇ ਵਿੱਚ ਇੱਕ ਮਨੁੱਖ ਗੁਜ਼ਰਦਾ ਹੈ, ਤੇ ਉਹਨੂੰ ਪਤਾ ਲੱਗਦਾ ਵੀ ਇਹ ਅਜੈ ਰਾਜੇ ਦੀ ਨਗਰੀ ਹੈ। ਸੁਣਿਆ ਸੀ ਬੜਾ ਦਾਨੀ ਹੈ। ਉਹ ਕਹਿਣ ਲੱਗਾ ਵੀ ਉਹੀ ਅਜੈ ਰਾਜਾ ਹੈ ਜਿਹੜਾ ਬੜਾ ਦਾਨੀ ਹੈ? ਕਹਿਣ ਲੱਗਾ ਹਾਂ ਹਾਂ। ਉਹ ਖੁਸ਼ ਹੋ ਗਿਆ, ਕਹਿਣ ਲੱਗਾ ਲੈ ਵੀ ਅੱਜ ਮੇਰੀ ਸਮੱਸਿਆ ਖਤਮ ਹੋ ਜਾਣੀ ਹੈ। ਮੈਂ ਪਰੇਸ਼ਾਨ ਸੀ, ਜ਼ਿਆਦਾ ਤੁਰਿਆ ਸੀ ਵੀ ਮੇਰੀ ਪਰੇਸ਼ਾਨੀ ਵੀ ਕਿੱਥੇ ਮਿਲੇਗਾ। ਇੱਕ ਨੇ ਕਿਹਾ ਵੀ ਹੁਣੇ ਗਿਆ ਇੱਥੇ ਘੋੜਿਆਂ ਦੇ ਅਸਤਬਲ ਦੇ ਵਿੱਚ, ਇਹ ਪਿੱਛੇ ਚਲੇ ਗਿਆ। ਜਾ ਕੇ ਬੇਨਤੀ ਕੀਤੀ ਵੀ ਮੈਂ ਇਸ ਨਗਰ ਦਾ ਨਹੀਂ ਹੈਗਾ, ਮੈਂ ਛੇਤੀ ਨਾਲ ਜਾਣਾ ਹੈ, ਪਰ ਹੈ ਮੈਂ ਮੁਸੀਬਤ ਦਾ ਮਾਰਿਆ ਹੋਇਆ, ਵੀ ਤੁਸੀਂ ਕਿਰਪਾ ਕਰਕੇ ਮੈਨੂੰ ਕੁਝ ਦਿਓਗੇ? ਵੀ ਤੁਸੀਂ ਮਹਾਨ ਦਾਨੀ ਮੈਂ ਸੁਣਿਆ। ਹੁਣ ਯਾਦ ਰੱਖਣਾ, ਬੰਦੇ ਦੇਣ ਵਾਲਿਆਂ ਦੀ ਇਹ ਵੀ ਭਾਵਨਾ ਕਈ ਵਾਰ ਹੋਇਆ ਕਰਦੀ ਹੈ ਵੀ ਜਦੋਂ ਮੈਂ ਦਵਾਂ ਤੇ ਚਾਰ ਬੰਦੇ ਵੇਖਣ ਤੇ ਸਹੀ ਮੈਂ ਕੁਝ ਦਿੱਤਾ, ਤੇ ਨਾਲੇ ਇਹ ਵੀ ਹੁੰਦੀ ਭਾਵਨਾ ਵੀ ਇਹ ਦੂਜੇ ਨਗਰ ਦਾ ਹੈ, ਵੀ ਇਹਨੂੰ ਮੈਂ ਇੰਨੀ ਕੁ ਚੀਜ਼ ਤੇ ਦੇਵਾਂ ਵੀ ਘੱਟੋ ਘੱਟ ਇਹ ਬਾਹਰ ਜਾ ਕੇ ਕਿਸੇ ਨੂੰ ਕਹੇ ਕਿ ਮੈਨੂੰ ਆਹ ਦਿੱਤਾ ਹੈ ਤੇ ਮੇਰਾ ਮਾਣ ਵਧੇ। ਇੱਥੇ ਮੇਰੇ ਕੋਲ ਹੈ ਕੀ ਹੈ ਹੁਣ? ਉਹ ਕਹਿਣ ਲੱਗਾ ਵੀ ਤੂੰ ਨਾ ਸਵੇਰੇ ਆਈ ਦਰਬਾਰ ਦੇ ਵਿੱਚ, ਵੀ ਜੋ ਤੈਨੂੰ ਚਾਹੀਦਾ ਮੈਂ ਤੈਨੂੰ ਦੇ ਦੇਵਾਂਗਾ, ਵੀ ਇੱਥੇ ਤੇ ਹੁਣ ਕੁਛ ਨਹੀਂ। ਉਹ ਕਹਿਣ ਲੱਗਾ ਨਾ ਰਾਜਨ, ਮੇਰੇ ਕੋਲ ਨਹੀਂ ਹੈ ਇੰਨਾ ਸਮਾਂ, ਮੈਂ ਤੇ ਇਹ ਯਾਤਰਾ ਤੋੜ ਹੀ ਨਹੀਂ ਸਕਦਾ, ਮੈਂ ਛੇਤੀ ਪਹੁੰਚਣਾ, ਜੋ ਕੁਝ ਵੀ ਹੈ ਤੂੰ ਮੈਨੂੰ ਇੱਥੇ ਹੀ ਦੇ ਦੇ। ਉਹਨੇ ਫਿਰ ਕਿਹਾ ਵੀ ਤੂੰ ਅਟਕ ਜਾ। 2-4 ਵਾਰੀ ਕਿਹਾ। ਹੁਣ ਜਿਨ੍ਹਾਂ ਨੂੰ ਹਮੇਸ਼ਾ ਹੁਕਮ ਕਰਨ ਦੀ ਆਦਤ ਹੋਵੇ ਤੇ ਇੱਕ ਹੁਕਮ ਦੇ ਸਾਹਮਣੇ ਹਰ ਕੇ ਕੰਮ ਕਰਨ ਲੱਗ ਪੈਣ, ਉਹ ਬਹੁਤੀ ਵਾਰੀ ਨਾ ਸੁਣ ਨਹੀਂ ਸਕਦੇ। ਉਹਨੂੰ ਖਿਝ ਆ ਗਈ ਵੀ ਇਹ ਹਟਦਾ ਹੀ ਨਹੀਂ। ਉੱਥੇ ਕਿਤੇ ਘੋੜਿਆਂ ਦੀ ਲਿੱਦ ਪਈ ਸੀ, ਉਹਨੇ ਚੁੱਕ ਕੇ ਉਹਦੀ ਹਥੇਲੀ ਤੇ ਰੱਖਿਆ, ਕਹਿੰਦਾ ਲੈ ਫਿਰ ਚਕਾਹੀ ਹੈ। ਹੁਣ ਜਿਹਨੇ ਹੱਥ ਰੱਖੇ ਸੀ, ਨਾਲੇ ਲਿੱਦ ਵੇਖੇ, ਨਾਲੇ ਅਜੈ ਰਾਜਾ ਵੱਲ ਵੇਖੇ ਵੀ ਮੈਂ ਕੀ ਸੋਚਿਆ ਸੀ, ਫਿਰ ਹੱਸ ਪਿਆ। ਪਤਾ ਤਾਂ ਅਜੈ ਨੂੰ ਵੀ ਲੱਗਿਆ ਵੀ ਕੰਮ ਗਲਤ ਹੋ ਗਿਆ। ਉਹ ਕਹਿੰਦਾ ਹੱਸ ਰਿਹਾ ਤੂੰ? ਕਹਿਣ ਲੱਗਾ ਗਲਤੀ ਮੇਰੀ ਹੋ ਸੀ, ਮੈਂ ਅੱਜ ਤੱਕ ਰੱਬ ਦੇ ਅੱਗੇ ਹੱਥ ਦਿੱਤੇ, ਪਹਿਲੀ ਵਾਰੀ ਮੈਂ ਪਤਾ ਨਹੀਂ ਕਿਵੇਂ ਭੁਲੇਖਾ ਖਾ ਗਿਆ ਵੀ ਤੂੰ ਬੜਾ ਮਹਾਨ ਹੋਵੇ, ਮੈਂ ਬੰਦੇ ਅੱਗੇ ਹੱਥ ਅੱਡ ਦਿੱਤਾ ਤੇ ਬੰਦਿਆਂ ਅੱਗੇ ਹੱਥ ਅੱਡਿਆਂ ਆ ਲਿੱਦਾਂ ਹੀ ਮੈਂ, ਪਰ ਮੇਰੀ ਗਲਤੀ ਹੈ, ਮੈਂ ਮੰਨਦਾ, ਮੈਂ ਨਾਲ ਲੈ ਕੇ ਜਾਵਾਂਗਾ ਤਾਂ ਕਿ ਯਾਦ ਹੈ। ਤੂੰ ਨਾਲ ਹੀ ਲੈ ਗਿਆ। ਖੈਰ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ, ਸਮਾਂ ਬਤੀਤ ਹੋਇਆ। ਇੱਕ ਦਿਨ ਇਹ ਰਾਜਾ ਆਪਣੇ ਉਸਤਾਦ ਨੂੰ ਕਹਿੰਦਾ ਵੀ ਦੇਖੋ ਮੈਂ ਆਹ ਵੀ ਕੀਤਾ, ਉਹ ਵੀ ਕੀਤਾ, ਉਹ ਵੀ ਕੀਤਾ, ਵੀ ਤੁਸੀਂ ਕਹਿੰਦੇ ਹੁੰਦੇ ਸੀ ਵੀ ਜਿੱਦਾਂ ਦਾ ਬੰਦਾ ਕੁਝ ਬੀਜਦਾ ਉਦੋਂ ਦਾ ਫਲ ਮਿਲਦਾ, ਵੀ ਮੈਨੂੰ ਕੀ ਫਲ ਮਿਲਣਾ ਹੈ? ਉਹਦੇ ਉਸਤਾਦ ਨੇ ਕਿਹਾ ਮੈਂ ਹੁਣੇ ਦੱਸ ਦੇਣਾ। ਕਹਾਣੀ ਹੈ, ਉਸਤਾਦ ਨੂੰ ਵੀ ਕਿਤੇ ਉਹ ਘਟਨਾ ਪਤਾ ਸੀ। ਉਹਨੇ ਅੱਖਾਂ ਜਿਹਾ ਬੰਦ ਕੀਤੀਆਂ, ਕਹਿਣ ਲੱਗਾ ਬੱਲੇ ਬੱਲੇ, ਮੋਤੀਆਂ ਦੇ ਢੇਰ, ਸੋਨੇ ਦੇ ਢੇਰ, ਚਾਂਦੀ ਦੇ ਢੇਰ, ਖਾਣ ਪੀਣ ਦੇ ਢੇਰ, ਤੇਰੀ ਤੇ ਹਰ ਦਿੱਤੀ ਚੀਜ਼ ਪ੍ਰਫੁੱਲਤ ਹੋ ਗਈ ਹੈ। ਫਿਰ ਕਹਿਣ ਲੱਗਾ ਉਹ ਆਹ ਕੀ? ਫਿਰ ਚੁੱਪ ਕਰ। ਉਹ ਕਹਿਣ ਲੱਗਾ ਕੀ ਦੇਖਿਆ ਤੁਸੀਂ? ਉਹ ਕਹਿਣ ਲੱਗਾ ਛੱਡ ਲਾ। ਕਹਿੰਦਾ ਨਹੀਂ ਦੱਸੋ ਕੀ ਦੇਖਿਆ? ਕਹਿੰਦਾ ਲਿੱਦ ਦਾ ਢੇਰ। ਕਹਿੰਦਾ ਲਿੱਦ ਦਾ ਢੇਰ? ਕਹਿੰਦਾ ਇਹ ਵੀ ਦਿੱਤਾ ਹੋਣਾ ਜੋ ਕਿਸੇ ਨੂੰ ਯਾਦ ਆ ਗਿਆ, ਦਿੱਤਾ ਤੇ ਹੈ। ਕਹਿੰਦੇ ਜੀ ਤੂੰ ਸੋਚਦਾ ਵੀ ਹੀਰੇ ਮੋਤੀਆਂ ਦੇ ਢੇਰ ਦਿੱਤੇ ਹੋਏ ਵਧਣਗੇ,
ਤਾਂ ਲਿਦ ਦਿੱਤੀ ਹੋਈ ਵੀ ਤੇ ਵਧਣੀ ਚਾਹੀਦੀ ਹੈ ਨਾ, ਇਹ ਵੀ ਤੈਨੂੰ ਖਾਣੀ ਪੈਣੀ ਹੈ, ਤੂੰ ਚੇਤੇ ਰੱਖ ਖਾਣੀ ਪੈਣੀ ਹੈ। ਉਦੋਂ ਹੱਥ ਜੋੜ ਕੇ ਕਹਿਣ ਲੱਗਾ ਕੋਈ ਇਲਾਜ? ਕਹਿੰਦਾ ਇਲਾਜ ਵੀ ਹੈ, ਹੁਣ ਇਹ 'ਚ ਭਾਗੀਦਾਰ ਉਹੀ ਬਣੇਗਾ ਜੋ ਤੇਰੀ ਨਿੰਦਿਆ ਕਰੇਗਾ। ਜੋ ਨਿੰਦਿਆ ਕਰੇਗਾ ਕੁਛ ਉਹਦੇ ਭਾਗਾਂ ਚਲੇ ਜਾਏਗੀ, ਕੁਝ ਤੇਰੇ ਭਾਗਾਂ 'ਚ ਰਹਿ ਜਾਏਗੀ। ਖੈਰ ਮੈਂ ਸੰਖੇਪ ਕਰਾਂ ਕਹਾਣੀ ਦਾ, ਉਹਨੇ ਕਿਸੇ ਜੁਗਤੀ ਦੇ ਨਾਲ ਲਾ ਕੇ ਐਸਾ ਕਾਰਜ ਕੀਤਾ ਕਿ ਸਾਰਾ ਸ਼ਹਿਰ ਹੀ ਉਹਦੀ ਗੱਲਾਂ ਕਰਨ ਲੱਗ ਪਿਆ ਨਿੰਦਿਆ ਦੇ ਵਿੱਚ, ਪਰ ਉਹਦੇ ਉਸਤਾਦ ਨੇ ਨਹੀਂ ਨਿੰਦਿਆ ਕੀਤੀ। ਉਸਤਾਦ ਨੇ ਨਿੰਦਿਆ ਨਹੀਂ ਕੀਤੀ। ਉਹ ਕਹਿਣ ਲੱਗਾ ਵੀ ਹੁਣ ਜਿਹੜੀ ਉਸਤਾਦ ਦੇ ਹਿੱਸੇ ਦੀ ਹੈ ਨਾ, ਉਹ ਤਾਂ ਮੈਨੂੰ ਹੀ ਖਾਣੀ ਪੈਣੀ ਹੈ। ਬਾਕੀ ਨਿੰਦਿਆ ਕਰਕੇ ਭਾਰ ਵਢਾ ਗਏ, ਪਰ ਮੇਰੇ ਉਸਤਾਦ ਤਾਂ ਗਿਆਨੀ ਹੈ ਨੇ, ਇਹਨੇ ਨਿੰਦਿਆ ਨਹੀਂ ਕਰਨੀ, ਇਹਦਾ ਮਤਲਬ ਮੈਨੂੰ ਖਾਣੀ ਪੈਣੀ ਹੈ। ਕਹਾਣੀ ਇਹ ਕਹਿੰਦੀ ਹੈ ਉਹਨੇ ਆਪਣੀ ਰਸੋਈਆਂ ਨੂੰ ਕਹਿ ਦਿੱਤਾ ਸੀ ਵੀ 3 ਟਾਈਮ ਦੇ ਭੋਜਨ ਵਿੱਚੋਂ 1 ਟਾਈਮ ਦੇ ਭੋਜਨ ਵਿੱਚ ਥੋੜੀ ਜਿਹੀ ਦੇਥੀ ਪਾ ਕੇ ਦੇ ਦਿਆ ਕਰੋ, ਮੈਂ ਖਾ ਲਿਆ ਕਰਾਂਗਾ। ਉਹਦਾ ਹਸ਼ਰ ਕੀ ਹੋਇਆ? ਸਵੇਰੇ ਖਾਣ ਲੱਗੇ ਸੋਚੇ ਕਿਤੇ ਇਹਦੇ 'ਚ ਨਾ ਪਾਈ ਹੋਵੇ, ਦੁਪਹਿਰੇ ਸੋਚੇ ਕਿਤੇ ਇਹਦੇ 'ਚ ਨਾ ਪਾਈ ਹੋਵੇ, ਰਾਤੀ ਸੋਚੇ ਕਿਤੇ ਇਹ 'ਚ ਨਾ ਪਾਈ ਹੋਵੇ। ਹੁਣ ਇਹ ਦੰਤ ਕਥਾ ਨੂੰ ਨਾਲ ਲੈ ਕੇ ਮੇਰੇ ਮਾਲਕ ਨੇ ਸਮਝਾਇਆ ਵੀ ਚੇਤੇ ਰੱਖਿਓ, ਅੱਜੈ ਸਰੂਵੈ ਭਿਖਿਆ ਖਾਏ। ਜੋ ਤੁਸੀਂ ਕੰਮ ਕੀਤਾ ਹੈ ਨਾ, ਉਹ ਤੁਹਾਨੂੰ ਭੋਗਣਾ ਜ਼ਰੂਰ ਪੈਣਾ ਹੈ, ਪੁੱਠੇ ਕੰਮ ਜ਼ਰੂਰੀ ਕਰਨੇ। ਜੇ ਪਤਾ ਹੀ ਹੈ ਵੀ ਜਿਹੜਾ ਕੰਮ ਕਰਨਾ ਹੈ ਉਹਦਾ ਸਾਨੂੰ ਹੀ ਫਲ ਭੋਗਣਾ ਪੈਣਾ ਹੈ, ਫਿਰ ਮਾੜੇ ਕੰਮ ਕਰਨੇ ਕਿਉਂ? ਇਸ ਕਰਕੇ ਅਸੀਂ ਕੂੜ ਵਿੱਚ ਹੀ ਨਾ ਫਸੇ ਰਹੀਏ, ਅਸੀਂ ਮਲ ਭਖ ਖਾਏ ਵਿੱਚ ਹੀ ਨਾ ਫਸੇ ਰਹੀਏ। ਨਿੰਦਿਆ ਕਰਕੇ ਦੂਜਿਆਂ ਦਾ ਭਾਰ ਆਪਣੇ ਸਿਰ ਤੇ ਜ਼ਰੂਰ ਚੁੱਕਣਾ। ਬੇਸ਼ੱਕ ਬੜਾ ਆਨੰਦ ਆਉਂਦਾ ਇਹ ਗੱਲਾਂ ਕਰ, ਅੱਛਾ ਹੈ ਸੱਚੀ, ਇੱਕ ਵਾਰੀ ਹੋਰ ਦੱਸ। ਸਵਾਦ ਲੈਣੇ ਨਾ ਅਸੀਂ ਲੋਕ ਵੀ, ਅਸੀਂ ਵੀ ਸਵਾਦ ਲੈਣੇ ਨਾ ਗੱਲਾਂ ਸੁਣ ਸੁਣ ਕੇ। ਯਾਦ ਰੱਖਣਾ ਇਹ ਸਵਾਦ ਵਿੱਚ ਹੀ ਭਾਰ ਹੈ। ਫਿਰ ਨਿੰਦਿਆ ਕਰਨ ਵਾਸਤੇ ਜੀਵਨ ਨਹੀਂ ਮਿਲਿਆ, ਰੱਬ ਦੀ ਬੰਦਗੀ ਕਰਨ ਵਾਸਤੇ ਜੀਵਨ ਮਿਲਿਆ। ਇਸ ਕਰਕੇ ਮੇਰੇ ਮਾਲਕ ਕਹਿਣ ਲੱਗੇ ਅਸੰਖ ਨਿੰਦਕ ਸੇ ਕਰ ਹੈ ਭਾਰ। ਤੇ ਅਗਲੀ ਪੰਕਤੀ ਤੋਂ ਸਿੱਖਿਆ ਲੈ ਲਈਏ, ਸਾਡੇ ਵਿੱਚ ਗੁਣ ਹੀ ਕੀ ਹੈ? ਅਸੀਂ ਕੀ ਸਵਾਰ ਦਿੱਤਾ ਹੈ ਸਮਾਜ ਦਾ? ਸਾਡੇ ਕਰਕੇ ਦੇਸ਼ ਨੂੰ ਕੀ ਲਾਭ ਹੋ ਗਿਆ ਕਿ ਸੋਚੇ। ਪਰ ਅਸੀਂ ਆਪਣੇ ਆਪ ਨੂੰ ਕੀ ਸਮਝਦੇ ਹਾਂ? ਆਪਣੀ ਮਾਣ ਇੱਜ਼ਤ ਕਿੰਨੀ ਸਮਝਦੇ ਹਾਂ? ਪਰ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਨੇ ਤਾਂ ਸੰਸਾਰ ਤਾਰ ਦਿੱਤਾ। ਬਾਬਾ ਦੇਖਿਆ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸ ਆਈ। ਇਹ ਸੜਦੀ ਹੋਈ ਪ੍ਰਿਥਵੀ ਨੂੰ ਠਾਰਨ ਵਾਲੇ ਬਾਬਾ ਜੀ ਦਾ ਜੀਵਨ ਵੇਖੋ। ਜਦੋਂ ਤਾਂ ਜਪ ਪੌੜੀ ਦੀ ਗੱਲ ਆਈ ਉਦੋਂ ਨਾਨਕ ਸ਼ਬਦ ਲਾਇਆ ਹੀ ਨਹੀਂ ਵਿੱਚ। ਜੇ ਚੰਗਿਆਂ ਦੀ ਗੱਲ ਕੀਤੀ ਨਾ ਉਹਦੇ ਵਿੱਚ ਨਾਨਕ ਸ਼ਬਦ ਨਹੀਂ ਹੈ, ਪਰ ਜਦੋਂ ਮੂਰਖ ਅੰਧ ਕੋਰ ਚੋਰ ਇਹਨਾਂ ਦੀ ਗੱਲ ਕੀਤੀ ਨਾ, ਮੇਰੇ ਮਾਲਕ ਨੇ ਵੇਖੋ ਆਪਣਾ ਨਾਮ ਵੀ ਵਿੱਚੇ ਲਾ ਲਿਆ। ਕਿੱਡੀ ਨਿਮਰਤਾ ਹੈ ਧੰਨ ਗੁਰੂ ਨਾਨਕ ਸਾਹਿਬ ਵਿੱਚ। ਜਦੋਂ ਹਨੇਰੇ ਪੱਖ ਦੀ ਗੱਲ ਕੀਤੀ ਨਾ ਉਦੋਂ ਆਪਣਾ ਨਾਮ ਵੀ ਸ਼ਾਮਿਲ ਕਰ ਲਿਆ। ਨਾਨਕ ਨੀਚ ਨਾਲ ਸ਼ਬਦ ਵੇਖੋ ਆਪਣੇ ਲਈ ਕਿਹੜਾ ਵਰਤਿਆ ਹੈ। ਮੈਂ ਵੀ ਇਹਦੇ ਵਿੱਚ ਹੀ ਸ਼ਾਮਿਲ ਹੈ ਕਹਿਣ ਲੱਗੇ। ਤੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਡੇ ਅੰਦਰ ਕਦੇ ਖਿਆਲ ਨਹੀਂ ਆਉਂਦਾ ਵੀ ਮੇਰੇ ਬਾਬੇ ਵਿੱਚ ਇੰਨੀ ਨਿਮਰਤਾ ਹੈ, ਮੈਂ ਕਾਹਤੇ ਹੰਕਾਰ ਕਰਦਾ, ਮੈਂ ਕਿਉਂ ਆਪਣੇ ਜੀਵਨ ਨੂੰ ਚੇਂਜ ਨਹੀਂ ਕਰ ਰਿਹਾ, ਮੇਰੇ ਵਿੱਚ ਨਿਮਰਤਾ ਕਿਉਂ ਨਹੀਂ ਹੈ। ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ। ਸੱਚੇ ਪਾਤਸ਼ਾਹ ਮੈਂ ਤਾਂ ਇੱਕ ਵਾਰ ਵੀ ਤੇਰੇ ਤੋਂ ਬਲਿਹਾਰ ਜਾਣ ਜੋਗਾ ਨਹੀਂ। ਹਾਂ ਕਾਰ ਉਹੀ ਚੰਗੀ ਹੈ ਜੋ ਤੈਨੂੰ ਭਾਉਂਦੀ ਹੋਵੇ। ਜੋ ਤਿਸ ਭਾਵ ਹੈ ਸਾਈ ਭਲੀ ਕਾਰ, ਉਹੀ ਕਾਰ ਚੰਗੀ ਹੈ ਜੋ ਤਿਸ ਨੂੰ ਭਾਉਂਦੀ ਹੈ। ਫਿਰ ਅਸੀਂ ਉਹ ਕਾਰ ਨਾ ਕਰੀਏ ਜੋ ਉਹਨੂੰ ਨਾ ਭਾਉਂਦੀ ਹੋਵੇ, ਕਿਉਂਕਿ ਉਹ ਤਾਂ ਫਿਰ ਮਾੜੀ ਹੋਏਗੀ ਨਾ। ਜੋ ਉਹਨੂੰ ਭਾਉਂਦੀ ਹੈ ਉਹੀ ਕਾਰ ਚੰਗੀ ਹੈ। ਇਹਦਾ ਮਤਲਬ ਅਸੀਂ ਵੀ ਉਹੀ ਕੁਝ ਕਰੀਏ ਜੋ ਮੇਰਾ ਮਾਲਕ ਜੋ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ। ਫਿਰ ਆਪਾਂ ਕਹਿ ਸਕਾਂਗੇ ਸੱਚੇ ਪਾਤਸ਼ਾਹ ਇਸ ਸੰਸਾਰ ਵਿੱਚ ਹਰੇਕ ਨਹੀਂ ਚਲੇ ਜਾਣਾ। ਰਾਜੇ ਨੇ ਵੀ ਚਲੇ ਜਾਣਾ, ਫਕੀਰ ਨੇ ਵੀ ਚਲੇ ਜਾਣਾ, ਰਾਮ ਵੀ ਚਲੇ ਗਏ, ਰਾਵਣ ਵੀ ਚਲਾ ਗਿਆ, ਚੰਗੇ ਤੋਂ ਚੰਗਾ ਵੀ ਗਿਆ, ਮੰਦੇ ਤੋਂ ਮੰਦਾ ਵੀ ਗਿਆ। ਅਸੀਂ ਵੀ ਚਲੇ ਜਾਣਾ। ਇੱਕ ਹੈ ਜਿਹਨੇ ਨਹੀਂ ਜਾਣਾ, ਉਹ ਕੌਣ ਹੈ? ਤੂੰ ਸਦਾ ਸਲਾਮ। ਸੱਚੇ ਪਾਤਸ਼ਾਹ ਤੂੰ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਨਿਰੰਕਾਰ। हे ਅਕਾਲ ਪੁਰਖ ਪ੍ਰਭੂ ਸਾਰਾ ਕੁਝ ਬਿਰਸਨਹਾਰ ਹੈ, ਪਰ ਤੂੰ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਅਸੀਂ ਇਸ ਆਕਾਰ ਵਿੱਚ ਉਹੀ ਕਾਰਜ ਕਰੀਏ ਜੋ ਤੈਨੂੰ ਚੰਗੇ ਲੱਗਦੇ ਹੋਣ, ਤਾਂ ਹੀ ਸਾਡਾ ਜੀਵਨ ਸਫਲ ਹੈ। ਮੇਰੇ ਮਾਲਕ ਨੇ ਜਿਵੇਂ ਰਹਿਮਤ ਕੀਤੀ ਹੈ
ਆਪਸ ਨੂੰ ਸੰਗਤ ਦੇ ਨਾਲ ਸਾਂਝ ਪਾ ਸਕਿਆ ਹਾਂ ਜੀ। ਹੋਈਆਂ ਅਨੇਕ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਫਤਿਹ ਬਖਸ਼ ਪ੍ਰਮਾਨ ਕਰਕੇ ਬੇਈਆਂ ਖਿਮਾ ਮੇਰੀਆਂ ਭੁੱਲਾਂ ਤੋਂ ਮੈਨੂੰ ਮਾਫੀ ਬਖਸ਼ ਦੇਣੀ ਜੀ।